Okay, students, good morning once again. And last time we have discussed number of terms relating to waveguides. Those were propagation constant of a rectangular waveguide, right? Then we have also discussed TE and TM modes. Okay, propagation constant of a rectangular waveguide at lower frequency and higher frequency we discussed, and we have also evaluated the value of cutoff wavelength for various types of modes. Right now, various types of modes for dominant mode meant for TE T1 comma 0 and transverse then T1 comma 1 TM1 comma 1 also. Fine. So we discussed last time. Once again, look at this is the general formula for dominant mode. General formula in fact is the general formula ਹੁਣ ਇਹਦੇ ਪਿਛਲੇ ਪਾਸੇ ਜਿਹੜੀ ਪਿਛਲੀ ਜਿਹੜਾ ਲੈਕਚਰ ਹੋਇਆ ਸੀ ਉਹਦੇ ਵਿੱਚ ਡਿਸਕਸ ਹਾਂ ਜਨਰਲ ਫਾਰਮੂਲਾ ਇਜ਼ ਦਿਸ ਆ ਇੱਥੇ m ਦੀ ਵੈਲਿਊ ਜੇ 1 ਆ ਤੇ n ਦੀ 0 n ਪਾਰਟ ਤਾਂ 0 ਹੀ ਹੋ ਗਿਆ ਤੋ ਆ ਸਕੁਅਰ ਹੈ m ਸਕੁਅਰ ਬਟੇ a ਸਕੁਅਰ ਦਾ ਜਿਹੜਾ ਅੰਡਰ ਰੂਟ ਆ ਉਹਨੂੰ ਕੱਲਾ a ਰਹੇਗਾ ਉੱਪਰ a ਚਲ ਜਾਣਾ ਠੀਕ ਹੈ ਨਾ ਥੱਲੇ ਕੱਲਾ m ਰਹਿ ਜਾਣਾ ਸੋ 2a ਬਟੇ m ਉਹ ਡੋਮੀਨੈਂਟ ਮੋਡ ਹੈ ਸਮਝ ਆ ਗਈ ਆ ਦੇਖੋ m ਦੀ ਵੈਲਿਊ ਜੇ 1 ਆ ਤੇ ਫਿਰ 2a ਬਟੇ m ਜਿਹੜਾ 1 ਆ ਗਿਆ ਫਿਰ ਕੱਲਾ ਹੀ 2a ਹੋ ਗਿਆ ਤੋ ਇੱਕ ਕੱਟ ਆਫ ਵੇਵਲੈਂਥ ਹੋ ਗਈ ਹਾਈਐਸਟ ਕੱਟ ਆਫ ਵੇਵਲੈਂਥ ਹੋ ਗਈ ਡੋਮੀਨੈਂਟ ਮੋਡ ਵਾਸਤੇ ਵਿਚ ਇਜ਼ ਟਰਾਂਸਵਰਸ ਇਲੈਕਟ੍ਰਿਕ ਤੇ ਔਰ ਉਧਰੋਂ ਲੋਐਸਟ ਫ੍ਰੀਕੁਐਂਸੀ ਹੋ ਗਈ ਪਤਾ ਲੱਗ ਗਿਆ ਸਮਝ ਆ ਗਈ ਸੋ ਅਲੱਗ-ਅਲੱਗ ਮੋਡ हाँ जी ਵਾਸਤੇ सर। m ਤੇ n ਦੀ ਵੈਲਿਊਜ਼ ਕੀ ਨੇ ਅਸੀਂ ਅਲੱਗ-ਅਲੱਗ ਮੋਡ ਵਾਸਤੇ ਰੈਕਟੈਂਗੂਲਰ ਵੇਵਗਾਈਡ ਦੇ ਅਲੱਗ-ਅਲੱਗ ਮੋਡਸ ਵਾਸਤੇ ਅਸੀਂ ਕੱਟ ਆਫ ਵੇਵਲੈਂਥ ਕੈਲਕੂਲੇਟ ਕਰ ਸਕਦੇ ਹਾਂ ਸਮਝ ਆਈ ਹੈਲੋ हाँ जी सर। ਹਾਂ ਤੋ ਇਹ ਆਪਾਂ ਪਰਸੋਂ ਡਿਸਕਸ ਕਰ ਰਹੇ ਸੀਗੇ ਸੋ ਇਟ ਇਜ਼ ਐਵੀਡੈਂਟ that for a particular size rectangular waveguide ਇਹਦੇ ਆਫ ਨਹੀਂ ਹੈ ਉਹ ਕੱਟਿਆ ਆਫ ਨਹੀਂ ਹੈ ਆਫ ਕੱਟਿਆ ਐਵੀਡੈਂਟ that for particular size ਇੱਥੇ ਸਾਈਜ਼ ਆਫ ਇੱਥੇ ਆਫ ਹੋਣਾ ਸੀ ਸਾਈਜ਼ ਆਫ ਰੈਕਟੈਂਗੂਲਰ ਵੇਵਗਾਈਡ ਠੀਕ ਹੈ ਸਾਈਜ਼ ਆਫ ਹੋਣਾ ਪਤਾ ਲੱਗ ਗਿਆ ਆਫ ਇੱਧਰ ਆਉਣਾ ਆ ਜਿਹੜਾ rectangular waveguide ਜਿਹੜਾ dominant mode has the highest value of cutoff wavelength therefore this is the dominant mode of rectangular waveguide common practice is only to propagate this mode when two or more modes propagate in a waveguide they may interact in undesirable way ਦੋ ਜਾਂ ਦੋ ਤੋਂ ਵੱਧ ਮੋਡ ਜਦੋਂ ਪ੍ਰੋਪੀਗੇਟ ਕਰਦੇ ਆ ਵੇਵਗਾਈਡ ਵਿੱਚ ਹੀ ਜਿੱਦਾਂ ਆਪਾਂ ਆਪਟੀਕਲ ਫਾਈਬਰ ਪੜ੍ਹੀ ਸੀ ਠੀਕ ਨਹੀਂ ਉੱਥੇ ਵੀ ਆਪਾਂ ਲਾਈਟ ਦੇ ਮੋਡ ਦੀ ਗੱਲ ਕੀਤੀ ਸੀ ਉੱਥੇ ਮੋਡਲ ਡਿਸਪਰਸ਼ਨ ਦੀ ਗੱਲ ਕਰਤੀ ਸੀ ਇੰਟਰਾ ਮੋਡਲ ਡਿਸਪਰਸ਼ਨ ਦੀ ਗੱਲ ਕੀਤੀ ਸੀ ਮਲਟੀ ਮੋਡ ਦੇ ਤੇ ਸਿੰਗਲ ਮੋਡ ਦੇ ਵਿੱਚ ਵੀ ਕ੍ਰੋਮੈਟਿਕ ਡਿਸਪਰਸ਼ਨ ਦੀ ਗੱਲ ਕੀਤੀ ਸੀ ਸੋ ਇਹਦੇ ਵਿੱਚ ਵੀ ਵੇਵਗਾਈਡ ਦੇ ਵਿੱਚ ਵੀ ਜੇ ਇੱਕ ਤੋਂ ਵੱਧ ਮੋਡ ਜਾਂ ਦੋ ਤੋਂ ਵੱਧ ਮੋਡ ਜਾਣ ਉਹ ਇੰਟਰੈਕਟ ਕਰਦੇ ਆ ਅਨਡਿਜ਼ਾਇਰੇਬਲ ਵਿੱਚ so it is usually preferable to have only one mode at a time in a waveguide since the waveguide can be made to support only one dominant mode so this is the most commonly used mode ਹੁਣ ਆਪਾਂ ਹੋਰ ਜੁੜੀਆਂ ਹੋਈਆਂ ਟਰਮਾਂ ਵੇਵਗਾਈਡ ਦੇ ਨਾਲ ਜੁੜੀਆਂ ਹੋਈਆਂ ਹੋਰ ਟਰਮਸ ਦੀ ਆਪਾਂ ਗੱਲ ਕਰਾਂਗੇ ਗਾਈਡ ਵੇਵਲੈਂਥ ਕੀ ਆ ਗਰੁੱਪ ਵੈਲੋਸਿਟੀ ਕੀ ਆ ਫੇਸ ਵੈਲੋਸਿਟੀ ਕੀ ਆ ਠੀਕ ਹੈ ਗਾਈਡ ਵੇਵਲੈਂਥ ਸੋ ਇਹਨੂੰ ਆਪਾਂ ਲੈਟ ਅਸ ਇਵੈਲੂਏਟ ਗਾਈਡ ਵੇਵਲੈਂਥ ਗਰੁੱਪ ਵੈਲੋਸਿਟੀ ਐਂਡ ਫੇਸ ਵੈਲੋਸਿਟੀ relevant for this particular mode which is a dominant mode this particular wave in a waveguide ਠੀਕ ਹੈ transmission of this ਆਪਾਂ ਇਸ ਮੋਡ ਨੂੰ ਡੋਮੀਨੈਂਟ ਮੋਡ ਨੂੰ ਰੈਕਟੈਂਗੂਲਰ ਵੇਵਗਾਈਡ ਦੇ ਡੋਮੀਨੈਂਟ ਮੋਡ ਨੂੰ ਉਹਦੀ ਟਰਾਂਸਮਿਸ਼ਨ ਨੂੰ ਮੁੱਖ ਰੱਖ ਕੇ ਅਸੀਂ ਗਾਈਡ ਵੇਵਲੈਂਥ ਗਰੁੱਪ ਵੈਲੋਸਿਟੀ ਤੇ ਫੇਸ ਵੈਲੋਸਿਟੀ ਨੂੰ ਇਵੈਲੂਏਟ ਕਰਨਾ ਕਲੀਅਰ ਹੈ ਹੈਲੋ हाँ जी सर। ਹਾਂ ਹੁਣ ਆਪਾਂ ਅਗਲੇ ਪੇਜ ਤੇ ਚੱਲਦੇ ਹਾਂ ਅਗਲੇ ਪੇਜ 'ਚ ਇੱਕ ਆ ਤੁਸੀਂ ਡਾਇਆਗ੍ਰਾਮ ਦੇਖਣੀ ਆ ਡਾਇਆਗ੍ਰਾਮ ਇਹਨੂੰ ਮੈਂ ਥੋੜਾ ਜਿਹਾ ਛੋਟਾ ਕਰਕੇ ਦਿਖਾਣਾ ਨਜ਼ਰ ਆਈ ਹੈਲੋ ਹੈਲੋ हाँ जी सर। हाँ नजर आ रही है हाँ हाँ जी सर। हाँ हाँ जी सर। ठीक है नहीं ये ਤੁਸੀਂ ਇਹ ਦੇਖੋ ਅਸੀਂ ਜਨਰੇਟਿੰਗ ਦੀ ਵੇਵਗਾਈਡ ਮੋਡ from two TEM waves
ਅਸਲ 'ਚ ਟਰਾਂਸਵਰਸ ਇਲੈਕਟ੍ਰੋਮੈਗਨੈਟਿਕ ਦੋ ਟਰਾਂਸਵਰਸ ਇਲੈਕਟ੍ਰੋਮੈਗਨੈਟਿਕ ਵੇਵਸ ਤੋਂ ਇੱਕ ਆ ਤੇ ਇੱਕ ਆ ਦੋ ਟਰਾਂਸਵਰਸ ਇਲੈਕਟ੍ਰੋਮੈਗਨੈਟਿਕ ਵੇਵਸ ਤੋਂ ਜਿੱਦਾਂ ਪ੍ਰੋਪੀਗੇਟ ਕਰ ਰਹੀਆਂ ਆ ਦੇਖੋ ਇਹਦੇ ਵਿੱਚ ਵੀ ਦੇਖਿਆ ਵੇਵਗਾਈਡ ਆ ਰੈਕਟੈਂਗੂਲਰ ਵੇਵਗਾਈਡ ਆ ਇਹਦੇ ਵਿੱਚ ਆ ਇੱਕ TEM1 ਆ ਠੀਕ ਹੈ ਤੇ ਆ TEM2 ਐਸੇ ਡਾਇਰੈਕਸ਼ਨ 'ਚ ਪ੍ਰੋਪੀਗੇਟ ਕਰ ਰਹੀ ਹੈ तो आ TEM1 है तो आ TEM2 ये प्रोपीगेट कर रही है दो वेवगाइड्स उन्होंने जो इंटरैक्शन उतों असी TE1,0 ਜਿਹੜਾ ਮੋਡ ਆ ਇਹਨੂੰ ਆਪਾਂ ਜਨਰੇਟ ਕਰਾਉਣਾ ਠੀਕ ਹੈ ਇਹ ਥੋੜੀ ਜਿਹੀ ਡਾਇਗਰਾਮ ਤੁਹਾਨੂੰ ਕਲੀਅਰ ਨਹੀਂ ਹੋਈ ਇਹਦੇ ਵਿੱਚ ਮੈਂ ਪਹਿਲਾਂ ਪੜ੍ਹ ਦੇਣਾ ਇੱਕ ਡਾਇਗਰਾਮ ਇਸ ਤੋਂ ਬਾਅਦ ਹੋ ਰਿਹਾ ਪਹਿਲਾਂ ਪੁਆਇੰਟ ਪੜ੍ਹੀਏ ਤੋ ਇਹਦੇ ਵਿੱਚ ਵੇਟ हाँ थोड़ी जी टर्म घट गई ये इलैक्ट्रिक फील्ड वेट 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 ਜਾਂ ਅੱਗੇ ਆ ਜੀ ਇਹ ਡਾਇਗਰਾਮ ਆ ਡਾਇਗਰਾਮ ਤੇ ਸਹੀ ਆ ਠੀਕ ਹੈ ਇਹ ਡਾਇਗਰਾਮ ਸਹੀ ਆ ਪਰ ਜਿਹੜੀ ਰਿਟਨ ਇਨਫੋਰਮੇਸ਼ਨ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਦਾ ਇੱਕ ਮਿੰਟ ਆ ਡਾਇਗਰਾਮ ਥੋੜੀ ਗਲਤ ਆ ਠੀਕ ਨਹੀਂ ਇਹਦੀ ਆ ਇਹਨੂੰ ਹੋਰ ਛੋਟਾ ਕਰ ਦਾਂ ਥੋੜਾ ਜਿਹਾ हाँ यस ठीक है वेट हाँ ਇਹਦੇ ਵਿੱਚ ਆ ਕੁਝ ਪੁਆਇੰਟਸ ਨੇ ਮੈਂ ਤੁਹਾਨੂੰ ਦੱਸਣ ਲੱਗਾ ਦੀ ਅਬਵ ਸੈਟ ਟਰਮਸ ਉਹ ਪਹਿਲੇ ਦੀ ਗੱਲ ਕੀਤੀ ਆ ਗਾਈਡ ਵੇਵਲੈਂਥ ਦੀ ਗਰੁੱਪ ਵੈਲੋਸਿਟੀ ਤੇ ਫੇਸ ਵੈਲੋਸਿਟੀ ਦੀ ਇਹ ਜਿਹੜੀਆਂ ਟਰਮਸ ਆ ਕੈਨ ਬੀ ਦੀ ਪ੍ਰੋਪਰਟੀਜ਼ ਆਫ ਦਿਸ ਡੋਮੀਨੇਟ ਮੋਡ ਹੁਣ ਆ ਇੱਕ ਫਿਗਰ ਆ A ਤੇ ਥੱਲੇ ਹੈਗੀ B ਇਹਦੇ ਵਿੱਚ ਸ਼ੋ ਕੀਤਾ ਕਿ ਹਾਊ ਦਿਸ ਡੋਮੀਨੇਟ ਵੇਵ may be formed as the resultant of the two TEM waves crossing each other ਦੋ TEM waves ਜਦੋਂ ਆਪਸ ਵਿੱਚ ਪ੍ਰੋਪੀਗੇਟ ਕਰਕੇ ਕ੍ਰਾਸ ਕਰਦੀਆਂ ਨਾ ਉੱਥੋਂ ਉਹਨਾਂ ਦੇ ਰਿਜ਼ਲਟੈਂਟ ਤੋਂ ਆ ਡੋਮੀਨੇਟ ਮੋਡ ਵਾਲੀ ਵੇਵ ਬਣਦੀ ਆ ਗੱਲ ਕਲੀਅਰ ਹੋਈ ਹੈਲੋ ਹਾਂ ਹਾਂਜੀ ਸਰ ਹਾਂ ਕਹਿੰਦਾ ਐਟ ਦੀ ਪੁਆਇੰਟਸ ਆਫ ਇੰਟਰਸੈਕਸ਼ਨ ਸ਼ੋਨ the individual waves add vectorially okay ਜਿੱਥੇ ਦੋਨਾਂ ਪੁਆਇੰਟਸ ਆਫ ਇੰਟਰੈਕਸ਼ਨ ਤੇ ਜਿਹੜੀਆਂ ਦੋਨੋਂ ਵੇਵਸ ਨੇ ਉਹ ਉਹਨਾਂ ਦੀ ਵੈਕਟਰ ਐਡੀਸ਼ਨ ਹੁੰਦੀ ਆ ਵੈਕਟੋਰੀਅਲੀ ਅਲਜਬਰਿਕ ਐਡੀਸ਼ਨ ਨਹੀਂ ਵੈਕਟਰ ਐਡੀਸ਼ਨ so at those points where the electric fields reinforce each other shown by double crosses and double dots ਅੱਛਾ ਜਿੱਥੇ ਇਲੈਕਟ੍ਰਿਕ ਫੀਲਡਸ ਦੀ ਰੀਇਨਫੋਰਸਿੰਗ ਹੁੰਦੀ ਆ ਉਹਨੂੰ ਅਸੀਂ ਡਬਲ ਕ੍ਰੋਸਿਸ ਤੇ ਡਬਲ ਡਾਟਸ ਨਾਲ ਰਿਪਰੈਜ਼ੈਂਟ ਕੀਤਾ ਉਹ ਮੈਂ ਤੁਹਾਨੂੰ ਦਿਖਾਉਂਦਾ magnetic fields is directly up and down all the points where the electric fields cancel shown by dots and crosses together the magnetic field is directed left and right ਇਹ ਤੁਹਾਨੂੰ ਥੋੜਾ ਜਿਹਾ ਪਿਛਲੀ ਡਾਇਗਰਾਮ ਦੇ ਵਿੱਚੋਂ ਤੁਹਾਨੂੰ ਥੋੜਾ ਕਲੀਅਰ ਹੋ ਜਾਊਗਾ ਮੈਂ ਇਹਨੂੰ ਆਪਣੀ ਬੁੱਕ ਤੋਂ ਇੱਥੋਂ ਪੜ੍ਹ ਕੇ ਦੱਸਣਾ ਆ ਥੋੜਾ ਪੁਆਇੰਟ ਤੁਸੀਂ ਕਿਉਂਕਿ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਜਾਣੀ ਹੈ ਤੇ ਹੁਣ ਆਹ ਡਾਇਗਰਾਮ ਦੇ ਪੁਆਇੰਟ ਆਫ View ਤੋਂ ਮੁੱਖ ਰੱਖਣਾ ਦੇਖੋ ਜਨਰੇਟਿੰਗ ਦੀ ਵੇਵਗਾਈਡ ਮੋਡ ਫਰੋਮ 2 TEM waves ਜਿਓਮੈਟਰੀ ਯੂਜ਼ਡ ਇਨ ਡਿਟਰਮਿਨਿੰਗ ਹਾਂ ਇਹ ਥੋੜੀ ਜਿਹੀ ਡਾਇਗਰਾਮ ਕਲੀਅਰ ਹੈ ਨਾ ਸਮਝ ਆਈ ਠੀਕ ਹੈ ਹਾਂਜੀ ਸਰ ਇਹਦੇ ਵਿੱਚ ਆਪਾਂ ਇਸ ਡਾਇਗਰਾਮ ਦੀ ਜਦੋਂ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਆ ਇੱਕ TEM ਵੇਵ ਹੈ ਤੇ ਇੱਕ ਆ ਦੂਜੀ TEM ਵੇਵ ਹੈ ਇੱਥੇ ਇਹ ਇੰਟਰਸੈਕਟ ਕਰ ਰਹੀ ਹੈ ਠੀਕ ਹੈ ਹੁਣ ਜਿਹੜਾ ਮੈਗਨੈਟਿਕ ਫੀਲਡ ਹੈ ਆ ਉਹਦੀ ਡਾਇਰੈਕਸ਼ਨ ਦਿਖਾਈ ਆ ਠੀਕ ਨਹੀਂ ਠੀਕ ਹੈ ਤੇ ਇਸ ਵੇਵ ਦਾ ਵੀ ਮੈਗਨੈਟਿਕ ਫੀਲਡ ਇਸ ਵੇਵ ਦਾ ਵੀ ਮੈਗਨੈਟਿਕ ਫੀਲਡ ਠੀਕ ਹੈ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਵੀ ਆ ਹੁਣ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਵੇਟ ਇਹਦੇ ਵਿੱਚ ਉਹਨੇ ਪੁਆਇੰਟ ਨੋਟ ਕੀਤਾ ਸੀ ਜਿੱਦਾਂ ਉਹਨੇ ਕਿਹਾ ਸੀਗਾ ਕਿ at the point of intersection individual waves add vectorially so at those points where electric fields reinforce each other shown by double crosses and double dots ਜੇ ਹਾਂ ਜਿੱਥੇ ਇਲੈਕਟ੍ਰਿਕ ਫੀਲਡ ਦੀ ਰੀਇਨਫੋਰਸਿੰਗ ਹੋ ਰਹੀ ਆ ਠੀਕ ਹੈ ਮਤਲਬ ਉੱਥੇ ਉਹ ਜਾਂ ਤਾਂ ਡਬਲ ਕ੍ਰਾਸ ਨਾਲ ਜਾਂ ਡਬਲ ਡਾਟਸ ਨਾਲ ਉਹ ਦਿਖਦਾ ਡਬਲ ਕ੍ਰਾਸ ਤੇ ਡਬਲ ਡਾਟਸ ਨਾਲ ਜਿਵੇਂ ਆ ਡਬਲ ਡਾਟ ਹੋ ਗਈ ਆ ਡਬਲ ਕ੍ਰਾਸ ਹੋ ਗਿਆ ਪਤਾ ਲੱਗ ਗਿਆ ਆ ਡਬਲ ਡਾਟਸ ਹੋ ਗਿਆ ਫਿਰ
ਜਿਹੜਾ ਮੈਗਨੈਟਿਕ ਫੀਲਡਸ ਆ ਉਹ ਡਾਇਰੈਕਟਲੀ ਅਪ ਤੇ ਮੈਗਨੈਟਿਕ ਫੀਲਡਸ ਇਜ਼ ਡਾਇਰੈਕਟਲੀ ਅਪ ਐਂਡ ਡਾਊਨ। ਸੋ ਫਿਰ ਉਹਨੇ ਕਿਹਾ ਕਿ ਐਟ ਦੀ ਪੁਆਇੰਟਸ where the electric fields cancel shown by dots and crosses together the magnetic field is directed left hand। ਜੇ ਇੱਥੇ ਆ ਦੇਖੋ ਉੱਪਰ ਡਾਟ ਹੈ ਥੱਲੇ ਆ ਕ੍ਰਾਸ ਹੈ, ਠੀਕ ਹੈ, ਉੱਪਰ ਕ੍ਰਾਸ ਹੈ ਥੱਲੇ ਡਾਟ ਆ। ਸੋ ਇੱਥੇ ਇਲੈਕਟ੍ਰਿਕ ਫੀਲਡ ਜਿਹੜਾ ਕੈਂਸਲ ਹੋ ਜਾਂਦਾ, ਪਤਾ ਲੱਗ ਗਿਆ। ਤੋ ਉਹਨੇ ਇਸ ਤਰੀਕੇ ਨਾਲ ਦਿਖਾ ਲਿਆ ਕੈਂਸਲੇਸ਼ਨ। ਇਹ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਜ਼ੋਰ ਲਾਉਣਾ ਪੈਣਾ। ਬਾਕੀ ਜਿਹੜਾ ਇਹ ਟਰਾਂਸਵਰਸ ਇਲੈਕਟ੍ਰੋਮੈਗਨੈਟਿਕ ਵੇਵ ਹੈ, ਇਹਦੀ ਜਿਹੜੀ ਪ੍ਰੋਪੀਗੇਸ਼ਨ ਆਫ ਵੈਲੋਸਿਟੀ ਆਫ ਲਾਈਟ ਦੇ ਬਰਾਬਰ ਹੀ ਹੈ। ਹੁਣ ਤੁਸੀਂ ਆਹ ਨੋਟ ਕਰੋ, ਇਹਨਾਂ ਦੇ ਵਿਚਕਾਰ ਆ ਜਿਹੜਾ ਆਹ ਗੈਪ ਜਿਹੜਾ λ/2 ਦਾ, ਅੱਗੇ λ/2 ਦਾ, ਡਾਟ ਕ੍ਰਾਸ ਹੈ ਨਾ, ਫਿਰ ਕ੍ਰਾਸ ਡਾਟ, ਠੀਕ ਹੈ, ਜਾਂ ਇਦਾਂ ਪਤਾ ਲੱਗ ਗਿਆ, ਡਾਟ ਕ੍ਰਾਸ ਫਿਰ ਡਾਟ ਕ੍ਰਾਸ, ਇਦਾਂ ਥੱਲੇ ਵੀ ਡਾਟ ਕ੍ਰਾਸ ਫਿਰ ਡਾਟ ਕ੍ਰਾਸ। ਜਿਹੜਾ ਇੰਟਾਇਰ ਡਿਫਰੈਂਸ ਆ ਉਹ λ/, ਮਤਲਬ ਤਿੰਨਾਂ ਦੇ ਆਪਸੀ ਵਿੱਚ ਜਿਹੜੇ ਵੇਵਸ ਆਉਂਦੇ ਉਹਨਾਂ ਦੇ ਵਿੱਚ λ/2 ਦਾ ਡਿਫਰੈਂਸ। ਓਕੇ, ਆਪਾਂ ਦੋਨੋਂ ਮੈਗਨੈਟਿਕ ਫੀਲਡ ਦਿਖਾਤੇ, ਇਹਦੀ ਡਾਇਰੈਕਸ਼ਨ ਇਦਾਂ ਦਿਖਾਤੀ, ਉਹਦੀ ਉਦਾਂ ਦਿਖਾਤੀ, ਠੀਕ ਹੈ, ਵੈਲੋਸਿਟੀ ਆਫ ਲਾਈਟ ਦੀ ਗੱਲ ਕੀਤੀ ਹੈ। ਨੀਚੇ ਵਾਲੀ ਡਾਇਗਰਾਮ 'ਚ ਆ ਜਾਂਦੇ ਆ, ਠੀਕ ਹੈ। ਨੀਚੇ ਵਾਲੀ ਡਾਇਗਰਾਮ ਦੇ ਵਿੱਚ ਇੱਕ ਵੇਵ ਆ, ਦੂਜੀ ਵੇਵ ਆ, ਬਾਉਂਸਿੰਗ ਹੋਣੀ ਆ, ਔਰ ਵੇਵ ਗਾਈਡ ਦੀਆਂ ਜਿਹੜੀਆਂ ਅੰਦਰ ਵਾਲਸ ਹੈ, ਠੀਕ ਹੈ। ਤੇ ਆ ਜਿਹੜੇ ਲੂਪਸ ਨੇ ਇਹ ਤਾਂ ਮੈਗਨੈਟਿਕ ਫੀਲਡ ਲੂਪਸ ਨੇ, ਆ ਇਲੈਕਟ੍ਰਿਕ ਫੀਲਡ ਦੀਆਂ, ਤੇ ਬਾਉਂਸਿੰਗ ਹੋ ਰਹੀ ਹੈ, ਪਤਾ ਲੱਗ ਗਿਆ ਨਾ, ਕਿਉਂਕਿ ਅਸੀਂ ਇਹਨੂੰ ਸੈਂਟਰ ਵਿੱਚ ਹੀ ਮੈਕਸਿਮਮ ਰੱਖਣਾ, ਉਹ ਤੋਂ ਉਹਦੇ ਪੈਰਲਲ ਵੀ ਨਹੀਂ ਰੱਖਣਾ, ਜਾਂ ਫਿਰ ਅਸੀਂ ਇਹਦੀ ਬਾਉਂਸਿੰਗ ਕਰਾਉਣੀ ਹੈ। ਹੁਣ ਟ੍ਰਿਗਨੋਮੈਟਰੀ ਕੰਸੈਪਟ ਦੇ ਹਿਸਾਬ ਨਾਲ ਅਸੀਂ ਦੇਖਿਆ ਜਿਹੜੀਆਂ ਮੈਟਾਲਿਕ ਵਾਲਸ ਹੈ ਮੇ ਬੀ ਪਲੇਸਡ ਅਲੋਂਗ ਲੈਫਟ ਰਾਈਟ ਡਾਇਰੈਕਸ਼ਨਸ, ਜਿੱਦਾਂ ਬੀਚ ਦਿਖਾ ਲਿਆ, ਠੀਕ ਹੈ, ਵਿਦਾਊਟ ਵਾਇਓਲੇਟਿੰਗ ਦੀ ਬਾਉਂਡਰੀ ਕੰਡੀਸ਼ਨ, as it will be seen that electric field is zero and magnetic field tangential at these walls। ਹਾਂ, ਕਿਉਂਕਿ ਉਹਦੇ ਪੈਰਲਲ ਤੇ ਜਿਹੜਾ ਮੈਗਨੈਟਿਕ ਫੀਲਡ ਉਹ ਤਾਂ ਐਗਜ਼ਿਸਟ ਕਰੇਗਾ, ਪਰ ਪੈਰਲਲ ਤੇ ਇਲੈਕਟ੍ਰਿਕ ਫੀਲਡ ਨਹੀਂ ਕਰੇਗਾ, ਨਾਰਮਲ ਕਰੇਗਾ, ਯਾਨੀ ਇਲੈਕਟ੍ਰਿਕ ਫੀਲਡ ਦਾ ਨਾਰਮਲ ਕੰਪੋਨੈਂਟ ਜਿਹੜਾ ਆ ਉਹ ਕਰੇਗਾ ਐਗਜ਼ਿਸਟ। metallic top and bottom walls can be put in position as the electric field will terminate normally on the walls and the magnetic field lies parallel to them। ਮੈਂ ਪਹਿਲਾਂ ਹੀ ਕਿਹਾ ਬਾਉਂਡਰੀ ਕੰਡੀਸ਼ਨ ਜਿਹੜੀਆਂ ਹੈ ਨਾ ਉਹਦੀ ਗੱਲ, ਇਹ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਟੈਂਜੈਂਸ਼ੀਅਲੀ ਜਾਂ ਪੈਰਲਲ ਹੋਏਗਾ, ਤੇ ਇਲੈਕਟ੍ਰਿਕ ਫੀਲਡ ਜਿਹੜਾ ਉਹ ਨਾਰਮਲ ਹੋਏਗਾ, ਉਹ ਟੈਂਜੈਂਸ਼ੀਅਲੀ ਨਹੀਂ ਹੋਏਗਾ, ਕਿਉਂਕਿ ਟੈਂਜੈਂਸ਼ੀਅਲ ਕੰਪੋਨੈਂਟ ਜਿਹੜਾ ਇਲੈਕਟ੍ਰਿਕ ਫੀਲਡ ਦਾ ਉਹ ਜ਼ੀਰੋ ਹੁੰਦਾ, ਠੀਕ ਹੈ। ਤੇ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਲੂਪਸ ਉਹ ਆਲਟਰਨੇਟ ਕਰਦੇ ਨੇ। ਆ ਦੇਖ ਨਾ, ਜਿੱਦਾਂ ਹੁਣ ਆ ਇੱਕ ਲੂਪ ਆ ਇਦਾਂ ਇਦਾਂ, ਦੂਜਾ ਲੂਪ ਆ ਇਦਾਂ, ਸਮਝ ਆਈ, ਜਿੱਦਾਂ ਆ ਲੂਪ ਇਦਾਂ, ਫਿਰ ਆ ਲੂਪ ਇਦਾਂ ਪਿੱਛੇ ਦਿਖਾਇਆ, ਪਤਾ ਲੱਗ ਗਿਆ ਬਈ। ਜਾਨੀ ਮੈਗਨੈਟਿਕ ਫੀਲਡ ਦੇ ਜਿਹੜੇ ਲੂਪਸ ਹੈ ਉਹ ਆਲਟਰਨੇਟ ਕਰਦੇ, ਉਹਦੀ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਲੂਪਸ ਉਹ ਆਲਟਰਨੇਟ ਕਰਦੀ ਹੈ। ਦੇਖਣਾ ਇਹਦੀ ਡਾਇਰੈਕਸ਼ਨ ਇਦਾਂ, ਇਹਦੀ ਇਦਾਂ, ਪਤਾ ਲੱਗ ਗਿਆ। ਤੇ ਇਹ ਫਿਗਰ ਬੀ ਦੇ ਵਿੱਚ ਦਿਖਾਇਆ ਆ ਜਿਹੜੀ ਹੈ, ਠੀਕ ਹੈ। ਵਨ ਲੂਪ ਆਕੂਪਾਈਂਗ ਏ ਡਿਸਟੈਂਸ ਆਫ ਹਾਫ ਵੇਵ ਲੈਂਥ, ਇੱਕ ਪੂਰਾ ਲੂਪ ਐਸ ਆ ਲੂਪ ਬਣ ਗਿਆ ਨਾ, ਇੱਕ ਆ ਹਾਫ ਵੇਵ ਲੈਂਥ, ਗੱਲ ਹੋਈ ਕਲੀਅਰ। ਇੱਕ ਲੂਪ ਨੇ ਕਿੰਨੀ ਵੇਵ ਲੈਂਥ ਆਕੂਪਾਈ ਕੀਤੀ, ਹਾਫ ਵੇਵ ਲੈਂਥ, ਕਾਹਦੇ ਵਿੱਚ, ਇਹਦੀ ਰੈਕਟੈਂਗੂਲਰ ਵੇਵ ਗਾਈਡ, ਤੋਂ ਇਹਨੂੰ λ/Gy ਆਪਾਂ 2 ਵੀ ਕਹਿੰਦੇ ਹਾਂ, ਮਤਲਬ ਗਾਈਡ ਵੇਵ ਲੈਂਥ ਦਾ ਹਾਫ, ਐਂਡ ਦਿਸ ਵੇਵ ਲੈਂਥ ਵਿਲ ਬੀ ਡਿਫਰੈਂਟ ਫਰੋਮ ਏ ਹਾਫ ਵੇਵ ਲੈਂਥ ਆਫ ਦੀ ਇੰਡੀਵਿਜੂਅਲ TEM ਵੇਵ। ਹੁਣ ਜਿਹੜੀ ਇਹ ਜਿਹੜੀ ਵੇਵ ਲੈਂਥ ਹੈ, ਆ ਜਿਹੜੀਆਂ TEM ਵੇਵਸ 1 ਆ ਤਾਂ TEM ਵੇਵਸ ਇਹਦੀ ਵੀ ਹਾਫ ਵੇਵ ਲੈਂਥ ਹੋਏਗੀ। ਸੋ ਆ ਵੇਵ ਲੈਂਥ ਇਸ ਤੋਂ ਅਲੱਗ, ਇਹਨਾਂ ਦੀਆਂ ਹਾਫ ਵੇਵ ਲੈਂਥ ਤੋਂ ਅਲੱਗ, ਕਲੀਅਰ, ਠੀਕ ਹੈ। ਤੇ ਫ੍ਰੀਕੁਐਂਸੀ ਆਫ TE ਜਿਹੜੀ ਆ, ਫ੍ਰੀਕੁਐਂਸੀ ਤਾਂ ਖੈਰ TE ਤੇ TM ਦੀ ਸੇਮ ਹੀ ਹੋਣੀ ਆ। ਤੇ ਹੁਣ ਆਪਾਂ ਕੰਸੀਡਰ ਕਰਦੇ ਹਾਂ, ਅਗਲੇ ਪੇਜ ਤੇ ਚੱਲਦੇ ਹਾਂ, ਆ ਦੇਖੋ ਅਗਲੇ ਪੇਜ ਤੇ ਚੱਲਦੇ ਹਾਂ। ਆਹ ਪੁਆਇੰਟ ਮੈਂ ਡਿਸਕਸ ਕਰ ਰਿਹਾ ਸੀ, ਆ ਦੇਖੋ ਉਹ ਡਾਇਗਰਾਮ ਪੁਆਇੰਟ 'ਚ ਮੁੱਖ ਰੱਖ ਲੈਣੀ, ਠੀਕ ਹੈ। ਤੁਹਾਨੂੰ ਬੁੱਕ ਲੈਣੀ ਪੈਣੀ ਬੱਚੋ, ਹਲੋ ਸਟੂਡੈਂਟਸ, ਹਾਂਜੀ ਸਰ, ਹਾਂਜੀ ਹਾਂ ਠੀਕ ਹੈ, ਨਹੀਂ ਆ ਨਜ਼ਰ ਆ ਰਿਹਾ, ਹਾਂਜੀ ਸਰ, ਹਾਂ ਨਜ਼ਰ ਆ ਰਿਹਾ। तो आही पॉइंट्स मैं पढ़ रहा सीगा थोड़ा जिहा,
क्योंकि वो अगे पेज ते मैं ये चाहता सी भी एट ए ग्लांस डायग्राम ते नाल ओहदी डिस्क्रिप्शन वो होवे, ठीक है नहीं। हुण आपां मान लैंदे आ फेस वेलोसिटी जिहड़ी टी वेव दी आ एक जनरल रिलेशनशिप देना, जिद्दां वेलोसिटी ऑफ लाइट जे गल करिए तो लैम्डा इंटू फ्रीक्वेंसी है, जे अस फेस वेलोसिटी की भी गल करिए ये भी लैम्डा इंटू फ्रीक्वेंसी हो गई। उसी जनरल रिलेशनशिप तो आपां इहनूं कढ लिया भी वेवलैंथ नूं मैं फ्रीक्वेंसी नाल मल्टीप्लाई कर देवां ते वो वेलोसिटी बन जाती है। तो जे फेस वेलोसिटी इस वेव इस मोड की गल करिए जिहड़ा टी वेव है उन्होंने असीं मान लो फेस वेलोसिटी उहदी बीपी है। लैम्डा जिहड़ी आ वो फ्री स्पेस वेवलैंथ है तो एफ जिहड़ी आ फ्रीक्वेंसी इन हर्ट्स है। जिहड़ी टी वेव है असीं हुण आ ट्रांसवर्स इलैक्ट्रिक वेव है इहदी जिहड़ी इत्थे वेवलैंथ है वो गाइड वेवलैंथ है। आपां पिछली डायग्राम च नोट कीता ना, ठीक है, गाइड वेवलैंथ है तो इहनूं एफ नाल गुणा करके फिर ये फेस वेलोसिटी बन गई। एयर दे विच जिहड़ी एयर दे विच जिहड़ी टीईएम वेव है जदों उन्हें प्रोपीगेट करना तो एस वेलोसिटी ऑफ लाइट ना उहदा तां प्रोडक्ट लैम्डा बाई एफ का हो गया, लैम्डा इंटू एफ हो गया, ठीक नहीं, समझ आ गई। इत्थों जे एफ कड्डांगे तो सी बटे लैम्डा आ गया, ठीक है ना, एफ कड्डांगे तो सी बटे लैम्डा आ गया। इहनूं आपां उत्थे पुट करता उपर उपर एफ की वैल्यू सी बटे लैम्डा पुट करती तो फिर फेस वेलोसिटी की हो गई आ देखो सी इंटू लैम्डा जी बटे लैम्डा ये पुट करती। इथों एफ की वैल्यू सी बटे लैम्डा कढ़ ली, पुट करती 30 ਦੇ ਵਿੱਚੋਂ एफ की वैल्यू कड्ढी सी बटे लैम्डा आ गई 29 च पुट करती। क्लीयर? हेलो हाँ जी सर। क्लीयर कुछ भी नहीं, ठीक है, क्लीयर हुई गल। हुण हुण तुसीं देखो तो फेस वेलोसिटी तो ये आई, फिर आपां जिहड़ी फिगर 3.14 बी आ तो उतों एक इन राइट एंगल्ड ट्रायंगल ओ बी पी मैं फिर पिछा जाना आया थले इत्थे डायग्राम आ गई राइट एंगल ट्रायंगल्ड, ठीक है, ओ बी पी बोलिया उन्हें ओ आ देखो ओ बी ते पी बी दे उपर 90 डिग्री है, समझ आउंदी भले भाई? हेलो हाँ जी सर। हाँ इस दे विच 90 डिग्री है। अच्छा ये 90 डिग्री की जिहड़ी सामने वाली लाइन है उन्होंने की कहने हम असीं हाइपोटेन्यूज, ठीक है, तो आ इधर एंगल आ अल्फा एंगल हो गया, ਇਹਦਾ मतलब ये बेस हो गया आ हाइपोटेन्यूज हो गया तो ये की हो गया परपेंडिकुलर। क्लीयर? तो जे आप कॉज अल्फा कढ़ीए कॉज अल्फा कढ़ीए कॉज की अल्फा की होंदा बेस बटे हाइपोटेन्यूज, ਇਹਦਾ मतलब बेस होने आ बेस देखो हुण बेस इधर भी उन्हें एंगल अल्फा ले लिया, आ क्यों लिया आ भी एंगल अल्फा है जिहड़ा इन्ना एंगल अल्फा आ एंगल अल्फा इत्थे 90 डिग्री है। तो क्लीयर हुई गल? दो ट्रैंगल बन गया उदा ओ ओ ए पी ये एक राइट एंगल ट्रैंगल है। ਆਪਾਂ ਕੀ ਕਰਤਾ O ਤੋਂ AP ਦਾ ਜਿਹੜਾ ਹੁਣ ਐਸ 90 ਡਿਗਰੀ ਦੇ ਸਾਹਮਣੇ ਆ ਹਾਈਪੋਟੇਨਿਊਜ਼ ਆ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰਤਾ ਇਹਦੇ ਉੱਪਰ ਇੱਥੇ 90 ਡਿਗਰੀ ਬਣ ਗਿਆ ਨਾ। तो फिर चाहे जितना मर्जी ले लो OBP ले लो इतने 90 बन गया आ बेस बन गया, ठीक है, आ 90 के सामने आ तो हाइपोटेन्यूज हो गया तो इधरले पासे ये की बन गया परपेंडिकुलर, इतना कह लो पता लग गया ਜਿਹੜੀਆਂ दो 90 डिग्री का बी ਦੇ ਨਾਲ AB भी लाइन बनाती है तो OB भी बनाती है, समझ आ गई? हेलो हाँ OB हाँ जी सर। हाँ सॉरी OBP की गल की OBA ने नहीं की OBP की गल की OBP ਦੇ ਵਿੱਚ यस B ਤੇ आ 90 बन गया क्योंकि आ टोटल एंगल ਜਿਹੜਾ 180 बन गया B ਤੇ एंगल ये 90 डिग्री बनया ਇਹਦੇ सामने वाली ਜਿਹੜੀ OP लाइन है ये की बनी हाइपोटेन्यूज और आ ਜਿਹੜਾ जिथे एंगल बन गया B ਦੇ ਨਾਲ ਇਹ की बन गया बेस। अब समझ आ गई? OBP B ਤੇ ਕਿੰਨਾ एंगल बनया 90 डिग्री 90 डिग्री ਜਿਹੜੀ ऑपोजिट आर्म है वो OP है वो की बन गई हाइपोटेन्यूज तो फिर OB की बन गया बेस क्योंकि एंगल ਇਹਦੇ ਨਾਲ ਆ ਤੇ BP की बन गया परपेंडिकुलर। क्लीयर? हेलो वो ट्रिग्नोमैट्री यार हुण जे आपां इथों कॉज अल्फा कढीए
ਤੇ cos alpha ਕੀ ਹੁੰਦਾ ਬੇਸ ਬਟੇ ਹਾਈਪੋਟੇਨਿਊਜ਼ ਬੇਸ ਕੀ ਆ OB ਹਾਈਪੋਟੇਨਿਊਜ਼ ਕੀ ਆ OP ਕਲੀਅਰ ਹੋ ਗਈ ਗੱਲ ਉਹ ਬੱਚਿਓ ਬੋਲੋ हाँ जी सर हाँ जी ਬਾਕੀ ਨਹੀਂ ਬੋਲਦੇ ਆ Sir. OBP ਇੱਕ 90 ਡਿਗਰੀ ਟ੍ਰਾਇੰਗਲ ਬਣੀ B ਤੇ 90 ਡਿਗਰੀ ਦਾ ਐਂਗਲ ਬਣ ਗਿਆ B ਦੇ ਜਿਹੜੀ ਆਪੋਜ਼ਿਟ ਆਰਮ ਹੈ ਇਸੇ ਟ੍ਰਾਇੰਗਲ ਦੇ ਵਿੱਚ ਉਹ OP ਆ ਉਹਨੂੰ ਹਾਈਪੋਟੇਨਿਊਜ਼ ਕਹਿੰਦੇ ਆ ਐਂਗਲ ਜਿਹੜਾ ਅਲਫਾ ਇਹ ਕਿਹਦੇ ਨਾਲ ਬਣਿਆ ਇਹਦੇ ਨਾਲ B ਨਾਲ ਤੇ ਇਹ ਬੇਸ ਹੋ ਗਿਆ OB ਬੇਸ ਹੋ ਗਿਆ ਤੇ OP ਜਿਹੜਾ ਹਾਈਪੋਟੇਨਿਊਜ਼ ਹੋਗਾ ਫਿਰ cos alpha ਕੱਢੀਏ ਤਾਂ ਬੇਸ ਬਟੇ ਹਾਈਪੋਟੇਨਿਊਜ਼ ਉਹ ਕੱਢ ਲਿਆ ਸੀ ਇਹ ਡਾਇਗਰਾਮ ਮੈਂ ਤੁਹਾਨੂੰ ਉੱਥੇ ਦਿਖਾ ਰਿਹਾ ਸੀ ਆਹ ਦੇਖੋ cos alpha ਕੱਢ ਲਿਆ ਹੁਣ cos alpha ਜਿਹੜਾ ਆ ਉਸ ਡਾਇਗਰਾਮ ਦੇ ਵਿੱਚ ਇੱਥੇ ਦੇਖੋ ਉਸ ਡਾਇਗਰਾਮ ਦੇ ਵਿੱਚ ਜਿਹੜੀ OB ਲਾਈਨ ਹੈ ਆ ਦੇਖੋ OB ਲਾਈਨ ਆ ਬੇਸ ਇਹ λ/4 ਆ ਤੇ ਜਿਹੜੀ OP ਲਾਈਨ ਆ ਇਹ ਕਿੰਨਾ ਆ A/2 A/T ਕੀ ਮੀਨਸ A ਕੀ ਆ ਪੂਰੀ A ਜਿਹੜੀ ਆ ਬ੍ਰੌਡਰ ਡਾਈਮੈਂਸ਼ਨਸ ਆ ਕਿਹਦਾ ਵੇਵਗਾਈਡ ਦਾ ਤੇ ਆ ਉਹਦਾ ਆਧੀ ਹੋ ਗਿਆ ਸਮਝ ਆ ਗਈ ਬੋਲੋ हाँ जी सर ਹਾਂ ਜਿਹੜੀ ਵੇਵਗਾਈਡ ਦੀ ਬ੍ਰੌਡਰ ਡਾਈਮੈਂਸ਼ਨਸ ਆ ਉਹ A ਆ ਨੈਰੋ ਡਾਈਮੈਂਸ਼ਨ B ਆ ਪਹਿਲਾਂ ਵੀ ਦੱਸਿਆ ਸੀ ਤੇ ਫਿਰ ਆ ਅੱਧ ਹੋ ਗਿਆ A OP ਜਿਹੜਾ ਅੱਧ ਹੋ ਗਿਆ ਇਹਦਾ ਅੱਧ A/2 ਪਰ ਇੰਨੀ ਆ λ/4 ਹੋ ਗਈ ਪਤਾ ਲੱਗ ਗਿਆ ਸੋ ਬੇਸ ਬਟੇ ਹਾਈਪੋਟੇਨਿਊਜ਼ ਇਹ ਅਸੀਂ ਰੱਖ ਲਿਆ ਉਹ ਦੇਖੋ ਇੱਥੋਂ ਹੁਣ ਅੱਗੇ ਅੱਗੇ ਚੱਲਦੇ ਹਾਂ ਇਹ ਆ ਲਓ ਇੱਥੇ ਆ ਗਈ ਗੱਲ cos alpha ਜਿਹੜਾ ਲੈ ਲਿਆ ਇੱਥੇ λ/4 A/2 ਉੱਪਰ ਨਾ 2 ਨਾਲ 2 ਘਟ ਜਾਣੇ ਹੈ ਨਾ ਉਹ 4 ਬਟੇ ਥੱਲੇ ਕੀ ਆ ਜਾਣਾ 2/A ਸੋ 2 ਨਾਲ 2 ਇਹ λ/2A ਆ ਗਈ cos alpha ਸਮਝ ਆ ਗਿਆ ਹੁਣ ਆਪਾਂ ਰਾਈਟ ਐਂਗਲ ਟ੍ਰਾਇੰਗਲ ABO ਚ ਜਾਂਦੇ ਆ ਉਸੇ ਰਾਈਟ ਐਂਗਲ ਟ੍ਰਾਇੰਗਲ ਫਿਰ ਪਿਛਲੇ ਪੇਜ ਤੇ ਜਾਂਦੇ ਆ ਆ ਦੇਖੋ ਕਿਹੜੀ ਟ੍ਰਾਇੰਗਲ ABO ਆ ਦੇਖੋ ABO ਫਿਰ B ਤੇ 90 ਡਿਗਰੀ ਸਮਝ ਆਈ ਤੇ 90 ਡਿਗਰੀ ਦੇ ਆਪੋਜ਼ਿਟ ਆਰਮ ਕਿਹੜੀ ਹੋ ਗਈ OA ਇਹ ਹਾਈਪੋਟੇਨਿਊਜ਼ ਐਂਗਲ ਅਲਫਾ ਕਿਹਦੇ ਨਾਲ ਬਣਿਆ AB ਨਾਲ ਇਹਦਾ ਮਤਲਬ ਆ ਬੇਸ ਬਣ ਗਿਆ ਠੀਕ ਹੈ ਇਹ ਕੀ ਬਣ ਗਿਆ ਬੇਸ ਤੇ OB ਕੀ ਬਣ ਗਿਆ ਹਾਈਪੋਟੇਨਿਊਜ਼ OB ਕੀ ਬਣ ਗਿਆ ਹਾਈਪੋਟੇਨਿਊਜ਼ ਸੌਰੀ ਪਰਪੈਂਡੀਕੂਲਰ ਤੇ ਜੇ ਮੈਂ ਹੁਣ ਸਾਈਨ ਅਲਫਾ ਕੱਢਣਾ ਉਹ ਕਿੱਦਾਂ ਕੱਢਣਾ ਉਹ ਹੁੰਦਾ ਪਰਪੈਂਡੀਕੂਲਰ ਬਟੇ ਹਾਈਪੋਟੇਨਿਊਜ਼ ਫਿਰ ਆਹ ਪਰਪੈਂਡੀਕੂਲਰ ਹੁਣ ਇਸ ਟ੍ਰਾਇੰਗਲ ਦੇ ਵਿੱਚ OB ਜਿਹੜਾ ਪਰਪੈਂਡੀਕੂਲਰ ਬਣ ਗਿਆ ਪਿਛਲੀ ਟ੍ਰਾਇੰਗਲ ਦੇ ਵਿੱਚ OB ਜਿਹੜਾ ਬੇਸ ਸੀਗਾ ਸਮਝ ਆਈ क्लियर हेलो जी सर हाँ तो फिर परपेंडिकुलर बटे हाइपोटेन्यूज फिर λ/4 बटे λg/4 ऐदा आ गया समझ आ गई ये साइन अल्फा आ गया आ लो 4 कट गया एक कला ही λ/λg कट रह गया क्लियर हुई गल हेलो हाँ बच्चों हाँ जी सर हाँ जी सर हाँ ਹੁਣ ਆਪਾਂ ਸਿੰਪਲ ਟ੍ਰਿਗਨੋਮੈਟਰੀ ਦੇ ਸਾਹਮਣੇ ਫਸਟ ਆਇਡੈਂਟੀਟੀ ਆ ਸਾਨੂੰ ਪਤਾ sin ਸਕੁਅਰ ਅਲਫਾ ਪਲੱਸ cos ਸਕੁਅਰ ਅਲਫਾ ਇਜ਼ ਇਕੁਅਲ ਟੂ 1 ਹੁੰਦਾ ਠੀਕ ਆ sin ਸਕੁਅਰ ਅਲਫਾ ਇਹਦਾ ਸਕੁਅਰ ਕਰ ਲਾ ਤੇ cos ਜਿਹੜੀ ਆ ਉਹਦਾ ਆ λ/2 ਉਹਦਾ ਵੀ ਸਕੁਅਰ ਕਰ ਲਾ ਇਜ਼ ਇਕੁਅਲ ਟੂ 1 ਦੇ ਬਰਾਬਰ ਰੱਖ ਲਿਆ λ ਸਕੁਅਰ ਬਟੇ λg ਸਕੁਅਰ ਪਲੱਸ λ ਸਕੁਅਰ ਬਟੇ 2a ਦਾ ਸਕੁਅਰ ਇਹ 4a ਸਕੁਅਰ ਹੋ ਗਿਆ ਇਜ਼ ਇਕੁਅਲ ਟੂ 1 ਠੀਕ ਆ ਇੱਥੋਂ ਓਕੇ ਐਲਸੀਐਮ ਵਗੈਰਾ ਲੈ ਕੇ ਆ ਚੀਜ਼ ਕੱਢ ਲਈ ਅਸੀਂ 1 बटे λg स्क्वायर इज इक्वल टू 1 बटे λ स्क्वायर माइनस 1 बटे सीधा ही आ करनी है तो इस टर्म ਨੂੰ ਦੂਜੇ ਪਾਸੇ ਲੈ ਜਾਏ ਮਾਈਨਸ ਹੋ ਗਈ ਪਤਾ ਲੱਗ ਗਈ ਜਿਹੜੀ ਲੈਮਡਾ ਜੀ ਆ ਉਹ ਗਾਈਡ ਵੇਵਲੈਂਥ ਦੀ ਆ ਇਸ ਮੋਡ ਦੇ ਵਿੱਚ ਕੱਲੀ ਜਿਹੜਾ ਲੈਮਡਾ ਫ੍ਰੀ ਸਪੇਸ ਵੇਵਲੈਂਥ ਹੈ ਟੀ ਕਿਸੇ ਵੀ ਟੀਐਮ ਵੇਵ ਦੀ ਤੇ ਜਿਹੜਾ a ਆ ਉਹ ਬ੍ਰੌਡਰ ਡਾਈਮੈਂਸ਼ਨਸ ਹੈਗੇ ਆ ਵੇਵਗਾਈਡ ਦੇ ਹੁਣ ਕੀ ਆਪਾਂ ਉਸ ਇਸ 3/34 ਤੋਂ ਕੀ ਦੇਖਿਆ ਤੇ ਇਸ ਇਕੁਏਸ਼ਨ ਤੋਂ ਕਹਿੰਦਾ ਇਟ ਕੈਨ ਬੀ ਸੀਨ ਦੈਟ ਜਿਹੜਾ ਯੈਸ ਲੈਮਡਾ ਆ ਉਹ ਆਪਾਂ ਕੱਢੀ ਸੀ ਨਾ ਜਿਹੜੀ ਹਾਂ ਬਈ ਜਿੱਦਾਂ ਕੱਲਾ ਇਹ ਜੇ ਆ ਲੈਮਡਾ ਜੀ ਵਾਲੀ ਟਰਮ 0 ਹੋ ਜਾਏ ਸਪੋਜ਼ ਇਧਰ ਵਾਲੀ ਮਤਲਬ ਜੀ ਜਾਂ ਇਹ ਕਹੀਏ ਵੀ ਇਹ ਇਨਫਿਨਿਟੀ ਹੋਵੇ ਇਨਫਿਨਿਟੀ ਤੇ ਇਨਫਿਨਿਟੀ ਹੋਵੇ ਸਮਥਿੰਗ ਓਵਰ ਇਨਫਿਨਿਟੀ ਉਹ ਹੁੰਦਾ 0
ਇਹਦਾ ਮਤਲਬ ਆ ਟਰਮ ਇਹਦੇ ਬਰਾਬਰ ਬਣ ਗਈ। ਅਗਰ ਮੰਨ ਲਓ ਲੈਮਡਾ ਜੀ ਨੂੰ ਅਸੀਂ ਇਨਫਿਨਿਟੀ ਰੱਖ ਲਿਆ ਤੇ ਸਮਥਿੰਗ ਬਟ ਇਨਫਿਨਿਟੀ 0 ਹੁੰਦਾ, ਆ ਰਿਲੇਸ਼ਨ ਇਹ 0 ਦੇ ਬਰਾਬਰ ਆ ਗਿਆ। ਸੋ ਆ ਦੂਜੇ ਪਾਸੇ ਜਾ ਕੇ ਟਰਮ ਪੋਜ਼ਿਟਿਵ ਹੋ ਗਈ, ਸਕੇਅਰ ਨਾਲ ਸਕੇਅਰ ਕੱਟ ਗਿਆ ਤੇ ਉਹਨੂੰ ਲੈ ਲਾ, ਇੱਥੋਂ ਕੱਢ ਲਾ ਲੈਮਡਾ ਇਜ਼ ਇਕੁਅਲ ਟੂ 2a ਆ ਗਿਆ। ਕਲੀਅਰ? ਐਂਡ ਇਹ ਜਿਹੜੀ ਲੈਮਡਾ 2, this corresponds to the individual TEM waves bouncing from side to side with no velocity component directed along the waveguide. तो ये चीज किस चीज ਨੂੰ इंडिकेट कर रही है? This corresponds to the individual TEM waves bouncing from side to side with no velocity component directed along the waveguide. Waveguide ਦੇ along कोई velocity component नहीं है, सिर्फ ਜਿਹੜੀ TEM wave ਦੀ bouncing ਹੋ ਰਹੀ ਸਾਈਡ ਟੂ ਸਾਈਡ। ਇਹਦਾ ਮਤਲਬ ਇਹ ਆ ਡਿਊ ਟੂ ਦਿਸ ਲੈਮਡਾ ਜਿਹੜਾ 2a ਆ, it represents the longest wavelength TEM wave that can be induced into a waveguide, as TE mode will not be generated for the longer waveguides, longer wavelengths। ਪਤਾ ਲੱਗ ਗਿਆ? longer wavelength ਵਾਸਤੇ ਜਾਂ longer wavelengths ਵਾਸਤੇ TE mode ਜਿਹੜਾ ਉਹ ਜਨਰੇਟ ਨਹੀਂ ਹੋ ਸਕਦਾ। ਅੱਗੇ ਚੱਲਦੇ ਆ, ਸ਼ਾਰਟਰ ਵੇਵਲੈਂਥ ਤੇ TEM ਵੇਵਲੈਂਥ ਜਿਹੜੀ ਆ ਉਸੇ ਇਕੁਏਸ਼ਨ ਦੀ ਗੱਲ ਕਰੀਏ। ਗਾਈਡ ਵੇਵਲੈਂਥ ਇਜ਼ ਰੀਅਲ ਐਂਡ ਪੋਜ਼ਿਟਿਵ, ਸੋ ਦੀ TE ਮੋਡ ਪ੍ਰੋਪੀਗੇਸ਼ਨ ਟੇਕਸ ਪਲੇਸ। ਠੀਕ ਹੈ, ਸ਼ਾਰਟਰ ਵੇਵਲੈਂਥ ਵਾਸਤੇ ਜਿਹੜਾ ਗਾਈਡ ਵੇਵਲੈਂਥ ਹੈ ਉਹ ਰੀਅਲ ਤੇ ਪੋਜ਼ਿਟਿਵ ਹੋ ਗਈ, ਸੋ ਇਹ ਮੋਡ ਜਿਹੜਾ ਆ ਇਸ ਮੋਡ ਦੀ ਪ੍ਰੋਪੀਗੇਸ਼ਨ ਹੋਏਗੀ। ਤੋ ਸਾਨੂੰ ਪਹਿਲਾਂ ਹੀ ਪਤਾ ਵੀ ਜਿਹੜੀ ਟਰਮ 2a ਆ ਅਸੀਂ ਇਹਨੂੰ ਕੱਟ ਆਫ ਵੇਵਲੈਂਥ ਕਹਿੰਦੇ, ਲੈਮਡਾ c ਕਹਿੰਦੇ ਆ। ਤੋ ਇਸ ਮੋਡ ਵਾਸਤੇ ਤੋ ਲੈਮਡਾ c ਨੂੰ ਅਸੀਂ 2a ਦੇ ਬਰਾਬਰ ਰੱਖ ਲਿਆ। ਹੁਣ ਲੈਮਡਾ c ਜਿਹੜੀ ਆ 2a ਆ ਇਹਨੂੰ ਉੱਪਰ ਪੁੱਟ ਕਰਤਾ 334 ਦੇ ਵਿੱਚ, ਜਿਹੜੀ ਇਕੁਏਸ਼ਨ ਆਪਾਂ ਡਰਾਈਵ ਕੀਤੀ ਆ। ਠੀਕ ਨਹੀਂ, 2a ਜਿਹੜੀ ਉਹ ਲੈਮਡਾ c ਹੋ ਗਈ, ਪਤਾ ਲੱਗ ਗਿਆ? ਯਾਨੀ ਕੱਟ ਆਫ ਵੇਵਲੈਂਥ ਉੱਤੇ ਪੁੱਟ ਕਰਤੀ, ਆ ਰਿਲੇਸ਼ਨ ਆ ਗਿਆ। ਇੱਥੇ ਗਾਈਡ ਵੇਵਲੈਂਥ ਦਾ ਜਿਹੜਾ ਰਿਲੇਸ਼ਨ ਹੈ ਉਹ ਇਦਾਂ ਆ। ਸੋ guide wavelength is in lambda g the guide wavelength and this wavelength is different from the free space wavelength। पता लग गया? मान लो free space wavelength तो ये अलग है, in fact it is related to the free space wavelength and cut off wavelength as under। कितना इथों जी ਆਪਾਂ ਇਥੋਂ ਕੱਢਣੀ ਆ ਟਰਮ ਤੇ ਕਿੱਦਾਂ ਕੱਢੀਏ ਫਿਰ? ਐਦਾਂ ਆਪਾਂ ਕੀ ਕਰਦੇ ਆ, ਇਧਰ ਵਾਲੀ ਰਾਈਟ ਹੈਂਡ ਸਾਈਡ ਦਾ ਐਲਸੀਐਮ ਲੈ ਲਿਆ कुछ भी नहीं करना। ऊपर आ चीज आ गई कट के, जो इधरों आ कट के लैम्डा सी स्क्वायर आ गया, इधर वही कटी लैम्डा स्क्वायर इधर आ गया। ठीक है, तो आप लैम्डा जी स्क्वायर करना, इनू भी उल्टाता तो ये भी उल्ट गया। पता लग गया? समझ आ गई? एदा स्क्वायर है, ऊपर लैम्डा सी स्क्वायर है, थले भी लैम्डा सी स्क्वायर, उपरों थल्लों लैम्डा सी स्क्वायर कॉमन कड्डो, जो इतों कॉमन कढ़िया 1/a रह जाना। ठीक है, 1/लैम्डा स्क्वायर बटे लैम्डा जी सी का होल स्क्वायर है गया। तो लैम्डा सी स्क्वायर कट गया, बाकी टर्म रह गई आ। ठीक है, इतों जो इन्नी रह गई, हुण कला लैम्डा जी कटना तो यदा आप लै ली है अंडर रूट, ऊपर लैम्डा स्क्वायर कट गया, थले वाले का अंडर रूट आ गया। क्लीयर? ये आ गई गाइड वेवलेंथ। सो गाइड वेवलेंथ काहदे नाल रिलेट कर रही है? एक तो फ्री स्पेस वेवलेंथ है, दूजी कट ऑफ वेवलेंथ है। ये रिलेशनशिप है गाइड वेवलेंथ का फ्री स्पेस वेवलेंथ ना ते कट ऑफ वेवलेंथ ना। क्लियर? हाँ जी सर। वो कोई बहुता ये चीज़ां दा ये तो मैं कराउणियां सी, ये तो आनी है। सो दिस इक्वेशन इज ट्रू फॉर एनी मोड इन ए वेवगाइड ऑफ एनी क्रॉस सेक्शन। ये जिहड़ी इक्वेशन है ट्रू आ फॉर एनी मोड इन ए वेवगाइड ऑफ एनी क्रॉस सेक्शन। पता लग गया? शर्त की है? प्रोवाइडेड द वैल्यू ऑफ लैम्डा सी कोरिस्पोंड्स टू द मोड एंड क्रॉस सेक्शन ऑफ द मोड। मतलब देखो जी लैम्डा सी है, हुण जे पर्टिकुलर कोई भी क्रॉस सेक्शन है, कोई भी वेवगाइड का कोई भी मोड है, एनी मोड इन ए वेवगाइड ऑफ एनी क्रॉस सेक्शन। इतने क्रॉस सेक्शन का मतलब है क्या रेक्टेंगुलर है, क्या सर्कुलर है, क्या रिज्ड है, क्या एलिप्टिकल है, हर एक का क्रॉस सेक्शन अलग होएगा। फिर हर एक की कट ऑफ वेवलेंथ अलग होगी, हर मोड की भी कट ऑफ वेवलेंथ अलग होगी। सो लैम्डा सी उत्थे पुट करी जाने तो गाइड वेवलेंथ एकदम वो भी डिफर कर गई। समझ आ गई? गाइड वेवलेंथ भी फिर डिफर कर गई। ठीक है, क्योंकि लैम्डा सी हर मोड की अलग अलग है। क्लियर? हाँ जी सर। हाँ, सो इट इज आल्सो रिलेटेड टू हुण जिहड़ी गाइड वेवलेंथ आ वो फेज कांस्टेंट नाल किदां रिलेट करदी है? इदां 2 पाई बटे बीटा इदां।
ਅਸਲ 'ਚ ਕੀ ਆ, ਜਿੱਦਾਂ ਹੁਣ ਰੈਕਟੈਂਗੂਲਰ ਵੇਵ ਗਾਈਡ ਹੈ, ਇਹਦੇ ਵਿੱਚ ਹੀ ਆਪਾਂ ਮੰਨ ਲਓ ਆ ਕੋਈ ਵੇਵ ਪ੍ਰੋਪੀਗੇਟ ਕਰ ਰਹੀ ਹੈ, तो 0 पाई 2 पाई ये टोटल फेज शिफ्ट 2 पाई हो गया। तो मान लो यदि आ वेवलेंथ है जी लैम्डा जी के बराबर है, ठीक है। मान लो गाइड वेवलेंथ इज आल्सो डिफाइंड एज द डिस्टेंस ट्रैवल्ड बाय द वेव, ताकि इन्ना डिस्टेंस ट्रैवल किया वेव द्वारा ताकि इन ऑर्डर टू अंडरगो ए फेज शिफ्ट ऑफ 2 पाई। मतलब आ जी वेव है इन्हें इन्ना डिस्टेंस ट्रैवल किया ताकि फेज शिफ्ट कितना गया 2 पाई, और ये वेवलेंथ लैम्डा जी है, ठीक है। तो ਇਹਨੂੰ ਆਪਾਂ 2 ਪਾਈ ਇਧਰ ਲਿਖਤਾ। ਇੱਥੋਂ ਫਿਰ ਬਾਈ ਡੈਫੀਨੇਸ਼ਨ ਆਪਾਂ ਬੀਟਾ ਨੂੰ ਲੈਮਡਾ ਜੀ ਨਾਲ ਮਲਟੀਪਲਾਈ ਕਰਤਾ, ਇਹ 2 ਪਾਈ ਆ ਗਿਆ, ਬੀਟਾ ਇਹ ਤੇ ਫੇਸ ਕਾਂਸਟੈਂਟ ਹੈ, ਠੀਕ ਹੈ। ਹੁਣ ਇਕੁਏਸ਼ਨ ਫਿਰ 3.36 ਵਿੱਚ ਆਪਾਂ ਜਾਣੇ ਆ, ਉਹ ਜਿਹੜੀ ਦੇਖੀ ਸੀ ਆਪਾਂ ਉਥੇ ਲੈਮਡਾ ਜੀ ਇਕੁਅਲ ਟੂ ਲੈਮਡਾ ਬਟੇ ਹੋਲ ਅੰਡਰ ਰੂਟ 1 ਮਾਈਨਸ ਲੈਮਡਾ ਬਟੇ ਲੈਮਡਾ ਸੀ ਦਾ ਹੋਲ ਸਕੁਅਰ ਸੀਗਾ, ਫਿਰ ਉਹਨੂੰ ਹਾਂਜੀ ਜਿਓਮੈਟ੍ਰਿਕ ਉਹਦਾ ਮਤਲਬ ਅੰਡਰ ਰੂਟ ਸੀ। ਤੇ ਜੇ ਤਾਂ ਜਿਹੜੀ ਫ੍ਰੀ ਸਪੇਸ ਵੇਵਲੈਂਥ ਆ, अगर इट मीनस इट इज इस इक्वेशन तो लगता इट इज मच पहला एक केस हो गया मच लेस दैन कट ऑफ वेवलेंथ जे फ्री स्पेस, दैन डिनोमिनेटर जेड़ा आ देखो ना, जे मान लो फ्री स्पेस वेवलेंथ आ देखो इस केस अच्छा जे लैम्डा सी तो कितने छोटा हो, लैम्डा सी तो कितने छोटा हो, आ टर्म एक किस्म की निगलीजिबल ही हो गई, तो लैम्डा जी जी कली लैम्डा बन गई, समझ आ गई, आ देख लिया, समझ आ गई। मतलब वो क्वेश्चन भी अप्रोक्सीमेटली 1 के बराबर है, लैम्डा जी जी लैम्डा ही बन गई, मीनस भी जी गाइड वेवलेंथ है वो फ्री स्पेस वेवलेंथ के बराबर ही आ गई। कदों, अगर फ्री स्पेस वेवलेंथ इज मच लेस दैन दी कट ऑफ वेवलेंथ, समझ आ गई। और देखो अगेन एज फ्री स्पेस वेवलेंथ अप्रोचेस कट ऑफ वेवलेंथ, ਹੁਣ ਅੱਗੇ ਜੇ ਫ੍ਰੀ ਸਪੇਸ ਵੇਵਲੈਂਥ ਇੱਕ ਕਿਸਮ ਦੀ ਕੱਟ ਆਫ ਵੇਵਲੈਂਥ ਵੱਲ ਨੂੰ ਜੇ ਅਪਰੋਚ ਕਰੇ ਤੇ ਫਿਰ ਲੈਮਡਾ ਜੀ ਜਿਹੜੀ ਹੈ ਇਨਕਰੀਜ਼ ਕਰੇਗੀ। ਮੰਨ ਲਓ ਜੇ ਲੈਮਡਾ ਸੀ ਦੇ ਬਰਾਬਰ ਹੀ ਆ ਗਈ, ਆਹ ਦੇਖੋ ਉਸੇ ਰਿਲੇਸ਼ਨ 'ਚ ਪੁੱਟ ਕਰ ਲਓ, ਜੇ ਮੰਨ ਲਓ ਲੈਮਡਾ ਸੀ ਵੱਲ ਨੂੰ ਅਪਰੋਚ ਕਰ ਰਿਹਾ ਐਸੇ, ਆਹ ਲੈਮਡਾ ਸੀ ਵੱਲ ਨੂੰ ਅਪਰੋਚ ਕਰ ਰਿਹਾ, ਮੰਨ ਲਓ ਬਰਾਬਰ ਹੀ ਹੋ ਗਿਆ ਕਿਸਮ ਦੇ, ਤੇ ਫਿਰ 1 ਜੇ ਬਰਾबर होगा तो कट गई, इतने 1 रह गया, 1 माइनस 1 की होगा 0, तो समथिंग बट 0 की होगा इन्फिनिटी, इट मीन्स लैम्डा जी की होगी इन्फिनिटी, समझ आ गई। आ देखो लैम्डा, हाँ जी सर, हाँ ठीक है, जिदा ਇਹਨੂੰ ਅਪਰੋਚ ਕਰਦੀ ਆ। ਆਪਾਂ ਤਿੰਨ ਕੇਸ ਲਏ, ਜਦੋਂ ਫ੍ਰੀ ਸਪੇਸ ਵੇਵਲੈਂਥ ਮਚ ਲੈਸ ਦੈਨ ਲੈਮਡਾ ਸੀ, ਫਿਰ ਲੈਮਡਾ ਜਦੋਂ ਉਹਦੇ ਵੱਲ ਅਪਰੋਚ ਕਰੇ ਮੀਨਸ ਉਹਦੇ ਬਰਾਬਰ, ਹੁਣ ਗ੍ਰੇਟਰ ਦੈਨ, ਜਦੋਂ फ्री स्पेस वेवलेंथ इज इतने जो मच ग्रेटर दैन दी कट ऑफ वेवलेंथ आ, फिर की हो जाना वो लैम्डा जी इमेजिनरी बन जानी। आओ देखो इमेजिनरी क्यों बननी उत्थे पिछे देखो, आ देखो जदों फ्री स्पेस मच ग्रेटर दैन लैम्डा सी, मान लो उपर 2 आ थले 1 आ, ठीक है, उपर 2 आ थले 1 आ, तो 2/1 आ गया, जानी 1 मन है ना, ਇਹਦਾ ਸਕੁਅਰ ਕਿੰਨਾ ਹੋ ਗਿਆ 4, 2 ਦਾ ਸਕੁਅਰ 4 हो गया, ठीक है, थले 1 ही सी, तो 1 माइनस 4 की हो गया -3, ਤੇ -3 ਦਾ ਅੰਡਰ ਰੂਟ ਹੈ ਤਾਂ ਇਮੇजिनरी ਨੰਬਰ ਬਣ ਗਿਆ। ਕਲੀਅਰ ਹੋ ਗਈ ਗੱਲ? ਹਾਂਜੀ ਸਰ। ਹਾਂਜੀ ਹਾਂਜੀ ਸਰ, ਹਾਂ ਠੀਕ ਹੈ, ਇਸ ਕਰਕੇ ਜਿਹੜੀ ਹਾਂਜੀ sir। ਵੇਵਲੈਂਥ ਹੈ ਉਹ ਇਮੇजिनरी ਹੋ ਜਾਏਗੀ ਗਾਈਡ ਵੇਵਲੈਂਥ, ਔਰ ਜਦੋਂ ਇਮੇजिनरी ਹੋ ਗਈ then there is no propagation in the wavelength, there is no propagation in the wavelength, ਨਹੀਂ ਵੇਵ ਗਾਈਡ ਹੋਣਾ ਸੀ ਇੱਥੇ, no propagation of wave in the waveguide, ठीक है ना, मतलब इदां दी वेवलेंथ दी प्रोपिगेशन नहीं होनी जदों इमेजिनरी बन गए। क्लियर? इट मीन्स कदों होनी है जदों फ्री स्पेस मतलब मच लेस दैन कट ऑफ वेवलेंथ हो। क्लियर? क्लियर? यस सर। हाँ जी हाँ जी सर, ਹਾਂਜੀ ਸਰ। हाँ फेस वेलोसिटी दी भी आपां ये गल आपां कर लई आ। फेस वेलोसिटी जिहड़ा टाइम रह गया 1.5 मिनट रह गया, चलो देखदे किन्ना क आउंदा। ठीक है, फेस वेलोसिटी जिहड़ी आ an electromagnetic wave has 2 velocities, ठीक है, one with which it propagates and other with which it changes phase। तो in free space there are naturally free space ਤਾਂ ਦੋਨੋਂ ਸੇਮ ਆ, ਅਸੀਂ ਉਹਨੂੰ velocity of light ਕਹਿ ਦਿੰਦੇ ਆ, c ਜਾਂ vc, c ਜਾਂ vc ਜਿਹੜੀ ਉਹ ਪ੍ਰੋਡਕਟ ਆ ਲੈਮਡਾ ਤੇ c ਦਾ f ਦਾ,
ਉਹ ਇਹਦੇ ਬਰਾਬਰ ਫ੍ਰੀ ਸਪੇਸ, ਠੀਕ ਹੈ। ਪਰ ਚਲੋ ਇਹਨੂੰ ਹੁਣ ਮੈਂ ਨੈਕਸਟ ਟਾਈਮ ਕਰਾਂਗਾ ਕਿਉਂਕਿ 1 ਮਿੰਟ ਤੋਂ ਘੱਟ ਹੀ ਰਹਿ ਗਿਆ, ਠੀਕ ਹੈ। 1 ਮਿੰਟ ਦੇ ਕਰੀਬ ਹੀ ਰਹਿ ਗਿਆ। ਵੀ ਹੈਵ ਜਸਟ ਸੀਨ ਅ ਲਾਸਟ ਆਰਟੀਕਲ, ਸਿਗਨਲ ਪ੍ਰੋਪੀਗੇਟਸ ਇਨ ਦੀ ਵੇਵਗਾਈਡ ਓਨਲੀ ਵੈਨ ਗਾਈਡ ਵੇਵਲੈਂਥ ਲੈਂਬਡਾ ਜੀ ਇਜ਼ ਮਚ ਗ੍ਰੇਟਰ ਦੈਨ ਦੀ ਫ੍ਰੀ ਸਪੇਸ ਵੇਵਲੈਂਥ। ਮਤਲਬ ਉਦੋਂ ਹੀ ਪ੍ਰੋਪੀਗੇਟ ਕਰਨਾ ਜਾਂ ਤਾਂ ਫ੍ਰੀ ਸਪੇਸ ਵੇਵਲੈਂਥ ਜਿਹੜੀ ਮਚ ਲੈਸ ਦੈਨ ਦੀ ਕੱਟ ਆਫ ਵੇਵਲੈਂਥ ਹੋਵੇ, ਜਾਂ ਗਾਈਡ ਵੇਵਲੈਂਥ ਮਚ ਗ੍ਰੇਟਰ ਦੈਨ ਫ੍ਰੀ ਸਪੇਸ ਵੇਵਲੈਂਥ ਹੋਵੇ, ਉਸ ਲਈ ਸਿਗਨਲ ਨੇ ਪ੍ਰੋਪੀਗੇਟ ਕਰਨਾ। ਅਸੀਂ ਫੇਸ ਵੈਲੋਸਿਟੀ ਕਹਿੰਦੇ ਲੈਂਬਡਾ ਇਨਟੂ ਐਫ ਦੀ ਗੱਲ ਕਰ ਲਈ। ਸੋ ਬੱਚੇ ਹੁਣ ਇਹ ਨਹੀਂ ਹੋਣਾ, ਇਹ ਨੈਕਸਟ ਟਾਈਮ ਆਪਾਂ ਕਰਾਂਗੇ। 1 ਮਿੰਟ ਤੋਂ ਘੱਟ ਰਹਿ ਗਿਆ, ਰਾਈਟ। ਹੈਲੋ ਜੀ ਸਰ। ਸਕਰੀਨਸ਼ਾਟ sir. ਲੈ ਹਾਂਜੀ ਲਾ, ਸਰ। ਸਟਾਪ ਨਾਓ। ਹਾਂਜੀ ਸਰ, ਲੈ ਲਿਆ ਸਕਰੀਨਸ਼ਾਟ। ਲੈ ਲਿਆ ਸਰ। ਲੈ ਲਿਆ, ਚਲੋ ਓਕੇ ਬੇਟੇ, ਗੁੱਡ ਲੱਕ, ਬੈਸਟ ਵਿਸ਼ੇਸ। ਓਕੇ ਸਰ, ਥੈਂਕ ਯੂ ਸਰ।